Hello दोस्तों, welcome to City Punjab. So today we are going to discuss 8th November and 1st. जी आगे ਵਧਣ ਤੋਂ ਪਹਿਲਾਂ I would like to tell you that if you need out this year's preparation, you can just tell us be there to help you. ਤੁਸੀਂ ਪੰਜਾਬ PCS ਦੀ ਤਿਆਰੀ ਕਰ ਰਹੇ ਹੋ, SCS ਦੀ ਤਿਆਰੀ ਕਰ ਰਹੇ ਹੋ, UPSC ਦੀ ਤਿਆਰੀ ਕਰ ਰਹੇ ਹੋ, ਕਿਸੇ ਵੀ ਏਰੀਆ ਦੇ ਸਿਵਲ ਸਰਵਿਸਿਜ਼ ਦੀ ਤੁਸੀਂ ਤਿਆਰੀ ਕਰ ਰਹੇ ਹੋ, ਵੀ ਆਰ देयर ਟੂ ਹੈਲਪ ਯੂ। ਸਾਡਾ ਚੈਨਲ ਸਿੱਧੀ ਹਰਿਆਣਾ ਵੀ ਅਸੀਂ ਲਾਂਚ ਕਰ ਦਿੱਤਾ ਹੈ ਡੈਡੀਕੇਟਡਲੀ ਫॉर ਪ੍ਰੈਪਰੇਸ਼ਨ ਆਫ HCS ਐਗਜ਼ਾਮੀਨੇਸ਼ਨ। ਤੁਸੀਂ ਚੈੱਕ ਆਊਟ ਕਰ ਸਕਦੇ ਹੋ। ਇਫ ਯੂ ਵਾਂਟ ਮੋਰ ਡਿਟੇਲਸ ਟੈਲੀਗ੍ਰਾਮ ਵੀ ਗਰੁੱਪ ਵਿੱਚ ਐਡ ਹੋ ਜਾਓ। ਸਿੱਧੀ ਪੰਜਾਬ ਦੇ ਵੀ ਤੇ ਸਿੱਧੀ ਹਰਿਆਣਾ ਦੇ ਵੀ ਦੋਨੋਂ ਹੀ ਐਗਜ਼ਾਮਸ ਦੀ ਇਨਫੋਰਮੇਸ਼ਨ ਡੇਟਸ ਉੱਥੇ ਤੁਹਾਨੂੰ ਮਿਲਦੇ ਰਹਿਣਗੇ। ਠੀਕ ਹੈ ਜੀ। ਬਾਕੀ ਪੰਜਾਬ ਦੇ ਪ੍ਰੀਵੀਅਸ ਈਅਰ ਕੁਐਸਚਨਸ ਚੈੱਕ ਕਰਨ ਲਈ siddhipunjab.com ਤੇ ਜਾਓ, ਤੁਹਾਨੂੰ ਸਾਰੀ ਡਿਟੇਲ ਉੱਥੇ ਮਿਲ ਜਾਣੀ ਹੈ, ਰਾਈਟ। ਸੋ that is the entire information is। ਬਾਕੀ ਤੁਹਾਨੂੰ ਕੋਈ ਵੀ ਡਾਊਟ ਹੋਵੇ ਸਾਨੂੰ ਕੰਟੈਕਟ ਕਰੋ, ਰਾਈਟ। Let's see the topics of today. These are the few topics that we are going to discuss ਜਿਹੜੇ ਆਪਣੇ ਆਂਸਰ ਰਾਈਟਿੰਗ 'ਚ ਹੈਲਪ ਕਰਨਗੇ। ਸੋ ਪੰਜਾਬ ਗਵਰਨਮੈਂਟ ਨੇ ਰਾਸ਼ਨ ਸਕੀਮ, ਰਾਸ਼ਨ ਕਾਰਡ ਦੇ ਜਿਹੜੇ ਬੈਨੀਫਿਸ਼ਰੀ ਆ ਉਹਨਾਂ ਨੂੰ ਵਧਾਉਣ ਦਾ ਫੈਸਲਾ ਹੈ ਅਬਾਊਟ ਇਟ। ਠੀਕ ਹੈ ਜੀ। ਸੈਕਿੰਡ ਹੈ ਡਰੋਨਸ ਕਰਕੇ ਕਿਵੇਂ ਪੰਜਾਬ ਤੇ ਜਾਂ ਆਪਣੇ ਬਾਰਡਰ ਏਰੀਆਜ਼ ਤੇ ਯੂਥ ਤੇ ਕਾਫੀ ਇੰਪੈਕਟ ਹੋ ਰਿਹਾ ਹੈ ਡਰਗ ਐਡਿਕਸ਼ਨ ਦੇ ਵਿੱਚ। ਦੈਨ ਥਰਡ ਮਿਲੀਟੈਂਸੀ ਜਿਹੜੀ ਆਪਣੇ ਚੱਲਦੀ ਰਹਿੰਦੀ ਹੈ, ਉਹਦੇ ਵਿੱਚ ਬਦਲਾਵ ਆਇਆ ਹੈ ਗਵਰਨਮੈਂਟ ਦੇ ਐਫਰਟਸ ਕਰਕੇ। ਪੀਸ ਐਗਰੀਮੈਂਟ ਹੋ ਰਿਹਾ ਹੈ ਤੇ ਲੇਟੈਸਟ ਪੀਸ ਐਗਰੀਮੈਂਟ UNLF ਨਾਲ ਸਾਈਨ ਹੋਇਆ ਹੈ, ਇਹਦੇ ਬਾਰੇ ਦੇਖ ਲਵਾਂਗੇ। ਦੈਨ ਫਰਸਟ ਆਕਸ਼ਨ ਆਫ ਕ੍ਰਿਟੀਕਲ ਮਿਨਰਲਸ। ਕ੍ਰਿਟੀਕਲ ਮਿਨਰਲਸ ਕਿਆ ਹੁੰਦੇ ਨੇ ਤੇ ਇਹ ਆਕਸ਼ਨ ਕੀਤੇ ਜਾ ਰਹੇ, ਇਹਦੇ ਬਾਰੇ ਇਸ ਨਿਊਜ਼ 'ਚ ਦੇਖਾਂਗੇ। ਇੰਡੀਆ ਔਨ ਪਾਥ ਟੂ ਟ੍ਰਿਪਲ ਰੀਨਿਊਏਬਲ એનર્ਜੀ ਕਪੈਸਿਟੀ ਬਾਈ 2030, ਰਾਈਟ। ਸੋ ਰੀਨਿਊਏਬਲ એનર્ਜੀ ਕਪੈਸਿਟੀ ਜਿਹੜੀ ਹੈ ਇੰਡੀਆ ਦੀ ਜਾ ਰਿਹਾ ਹੈ, ਬਟ ਉਹਦੇ ਲਈ ਫਾਈਨੈਂਸ਼ੀਅਲ ਕੰਸਟ੍ਰੇਂਟ ਜਿਹੜੇ ਆ ਉਹ ਲਿਮਿਟ ਕਰ ਸਕਦੇ ਹੈ। ਵੀ ਵਿਲ ਦ ਡਾਟਾ ਆਫ ਦੀ ਰਿਪੋਰਟ। ਐਂਡ ਦੈਨ ਫਾਈਨਲੀ ਐਕਸਟ੍ਰੀਮ ਵੈਦਰ ਇਵੈਂਟਸ ਕਰਕੇ ਕਿਆ ਇੰਪੈਕਟ ਹੋ ਰਿਹਾ ਹੈ ਇੰਡੀਆ ਤੇ ਵਰਲਡ ਤੇ, दैट इज व्हाट विल सी। इंपॉर्टेंट है बहुत, यूज कर सकते हैं ध्यान नाल, राइट। लेट्स स्टार्ट विद आवर फर्स्ट टॉपिक। ठीक है जी। सो पंजाब गवर्नमेंट ने ਇਹ ਫੈਸਲਾ ਲਿੱਤਾ ਹੈ ਕਿ ਜਿਹੜੇ ਰਾਸ਼ਨ ਕਾਰਡਸ ਹੈ ਉਹ ਹੁਣ ਸਿੰਗਲ ਮਦਰਸ ਨੂੰ, persons afflicted by HIV ਜਾਂ ਕੈਂਸਰ ਐਂਡ ਸਮ ਅਦਰ ਸੱਚ ਲੋਕਾਂ ਨੂੰ ਰਾਸ਼ਨ ਕਾਰਡਸ ਦਿੱਤੇ ਜਾਣਗੇ। ਅਜੇ ਦੇਖੋ ਪ੍ਰੈਜ਼ੈਂਟਲੀ ਮੋਸਟਲੀ ਫੈਮਿਲੀ ਬੇਸਿਸ ਤੇ ਰਾਸ਼ਨ ਕਾਰਡਸ ਜਿਹੜੇ ਹੈ ਪ੍ਰੋਵਾਈਡ ਕੀਤੇ ਜਾਂਦੇ ਹੈ। ਇਕਨੋਮਿਕ ਕ੍ਰਾਈਟੀਰੀਆ ਦੇਖਿਆ ਜਾਂਦਾ ਹੈ। ਸਪੈਸ਼ਲੀ ਦੇਖੋ ਇਹ ਰਾਸ਼ਨ ਕਾਰਡਸ ਕਿਉਂ ਇੰਪੋਰਟੈਂਟ ਹੈ। ਇਹਨਾਂ ਰਾਸ਼ਨ ਕਾਰਡਸ ਦੇ ਬੇਸਿਸ ਤੇ ਫ੍ਰੀ ਫੂਡ ਜਾਂ ਨੋਮੀਨਲ ਪ੍ਰਾਈਸਿਸ ਤੇ ਫੂਡ ਮਿਲਦਾ ਹੈ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਨਾਲ। ਜਿਹਦੇ ਕੋਲ ਰਾਸ਼ਨ ਕਾਰਡ ਹੁੰਦਾ ਹੈ ਉਹਨੂੰ ਜਿਹੜਾ ਹੈ ਸਸਤੇ ਦਾਮ ਤੇ ਖਾਣਾ ਜਿਹੜਾ ਹੈ NFSA ਦੇ ਅੰਦਰ ਮਿਲਦਾ ਹੈ। ਸੋ ਅਗਰ ਸਿੰਗਲ ਮਦਰ ਹੈ, HIV ਪੇਸ਼ੈਂਟ ਹੈ, ਕੈਂਸਰ ਪੇਸ਼ੈਂਟ ਹੈ, ਇਹਨਾਂ ਕੋਲ ਰਾਸ਼ਨ ਕਾਰਡ ਨਹੀਂ ਹੋਣ ਤਾਂ ਇਹ ਇਹਨਾਂ ਸਕੀਮ ਦੇ ਵਿੱਚੋਂ ਬੈਨੀਫਿਟਸ ਨਹੀਂ ਉਠਾ ਪਾਤੇ, ਰਾਈਟ। ਸੋ ਇਹ ਬਹੁਤ ਇੰਪੋਰਟੈਂਟ ਸਟੈਪ ਹੈ, ਇਹਨੂੰ ਲਿਖ ਕੇ ਰੱਖੋ ਐਜ਼ ਐਨ ਐਗਜ਼ਾਮਪਲ, ਕਿਤੇ ਨਾ ਕਿਤੇ ਯੂਜ਼ ਕੀਤਾ ਜਾ ਸਕਦਾ, ਰਾਈਟ। ਨੈਕਸਟ ਹੈ ਡਰੋਨਸ ਆਲਟਰ ਗੁਰਦਾਸਪੁਰ ਡਰਗ ਟਾਈਪ। ਆਲਟਰ ਇੰਗਲਿਸ਼ ਦੇ ਵਰਡਸ ਤੇ ਵੀ ਧਿਆਨ ਰੱਖਿਆ ਕਰੋ, ਦਾ ਮਤਲਬ ਹੈ ਚੇਂਜ ਕਰੋ, ਰਾਈਟ। ਇਹ ਜੇ ਆਪਣੇ CSAT ਦੇ ਵਿੱਚ ਇੰਗਲਿਸ਼ ਦੇ ਕੁਐਸਚਨਸ ਵੀ ਆਉਂਦੇ ਆ ਤਾਂ ਇੰਗਲਿਸ਼ ਧਿਆਨ ਰੱਖੋ, ਰਾਈਟ। ਸੋ ਇਹ ਕਿਆ ਕਹਿਣਾ ਚਾਹ ਰਿਹਾ ਹੈ ਕਿ ਡਰੋਨਸ ਦੇ ਕਰਕੇ ਗੁਰਦਾਸਪੁਰ ਡਿਸਟ੍ਰਿਕਟ ਜਿਹੜਾ ਹੈ ਸਪੈਸ਼ਲੀ ਉੱਥੇ ਡਰੱਗਸ ਦੀ ਸਿਚੁਏਸ਼ਨ, ਲੋਕਾਂ ਤੇ ਇੰਪੈਕਟ ਚੇਂਜ ਹੁੰਦਾ ਹੈ। ਪੰਜਾਬ ਦਾ ਮੈਪ ਅਗਰ ਕਦੀ ਦੇਖਿਆ ਹੋਣਾ ਹੈ, ਗੁਰਦਾਸਪੁਰ ਇਜ਼ ਅ ਬਾਰਡਰ ਡਿਸਟ੍ਰਿਕਟ। ਇਹ ਦੇਖੋ ਪਾਕਿਸਤਾਨ ਨਾਲ ਸਿੰਦਾ ਗੁਰਦਾਸਪੁਰ ਲੱਗਦਾ ਹੈ, ਰਾਈਟ। तो क्या ਹੁੰਦਾ ਹੈ ਕਿ ਦੇਖੋ ਪਹਿਲਾਂ ਤਾਂ ਕਿਆ ਹੁੰਦਾ ਸੀ, ਇਹ ਸਾਰਾ ਬਾਰਡਰ ਸਮਝ ਲਓ ਆਪਣਾ ਫੈਂਸਡ ਹੈ। ਪਾਕਿਸਤਾਨ ਨੇ ਅਗਰ ਡਰੱਗਸ ਪਾਸ ਔਨ ਕਰਨੇ ਆ ਇੰਡੀਆ 'ਚ ਕਿਵੇਂ ਕਰਦੇ ਸੀ, ਇੱਥੇ ਉਹ ਪਾਈਪਸ ਵਗੈਰਾ ਲਗਾਉਂਦੇ ਸੀ ਫੈਂਸਿਸ ਤੇ ਉੱਥੋਂ ਡਰੱਗਸ ਜਿਹੜੇ ਆ ਪੁਸ਼ ਕਰਦੇ। ਇਹ ਬਹੁਤ ਹੀ ਰਿਸਕੀ ਕੰਮ ਸੀ ਕਿਉਂਕਿ BSF ਦੀ ਇੱਥੇ ਨਿਗਰਾਨੀ ਸਾਰਾ ਟਾਈਮ ਰਹਿੰਦੀ ਸੀ, ਕਦੋਂ ਵੀ ਫੜੇ ਜਾ ਸਕਦੇ ਸੀ। ਪੈਨੀਟ੍ਰੇਸ਼ਨ ਰੇਟ ਵੀ ਬਹੁਤ ਲੋ ਹੁੰਦਾ ਸੀ, ਰਾਈਟ, ਕਿ ਡਰੱਗਸ ਅੰਦਰ ਪਹੁੰਚ ਸਕਣ ਇਹ ਬਹੁਤ ਹੀ ਲੋ ਪ੍ਰੋਬੇਬਿਲਿਟੀ ਸੀ, ਫੜੇ ਜਾਣ ਦੀ ਪ੍ਰੋਬੇਬਿਲਿਟੀ ਬਹੁਤ ਹਾਈ ਰਹਿੰਦੀ, ਰਾਈਟ। ਨਾਓ ਇਹ ਸਾਰੀ ਸਿਚੁਏਸ਼ਨ ਚੇਂਜ ਕਰ ਦਿੱਤੀ ਹੈ ਅੱਜ ਦੇ ਸਮੇਂ ਨੇ, ਅੱਜ ਦੀ ਟੈਕਨੋਲੋਜੀ ਦੇ ਯੁੱਗ ਨੇ। ਨਾਓ ਦੇ ਹੈਵ ਡਰੋਨਸ,
ਜਿਹੜੇ ਕਿ ਡਿਸਟੈਂਸ ਤੋਂ ਆਪਰੇਟ ਹੋ ਜਾਂਦੇ ਹੈ, ਈਜ਼ੀਲੀ ਆਪਰੇਟ ਹੁੰਦੇ ਹੈ। ਫਿਗਰ ਆਊਟ ਕਰਨਾ ਬੀਐਸਐਫ ਲਈ, ਇੰਡੀਅਨ ਫੋਰਸਿਸ ਲਈ ਇਹਨਾਂ ਨੂੰ ਆਈਡੈਂਟੀਫਾਈ ਕਰਨਾ ਵੀ ਬਹੁਤ ਡਿਫਿਕਲਟ ਹੁੰਦਾ ਹੈ। ਪੈਨੀਟ੍ਰੇਸ਼ਨ ਰੇਟ ਵੀ ਬਹੁਤ ਹਾਈ ਹੈ। ਜਿਵੇਂ ਤੁਸੀਂ ਆਫਿਸਰਸ ਦੀ ਸਟੇਟਮੈਂਟ ਖੁਦ ਦੇਖੋ, ਜਿਹੜੇ ਇੱਥੇ ਪੋਸਟਡ ਆ ਉਹ ਕਿਆ ਕਹਿੰਦੇ ਨੇ ਕਿ ਅਗਰ ਅਸੀਂ 1 ਕਿਲੋ ਹੀਰੋਇਨ ਪਕੜਦੇ ਹਾਂ ਤਾਂ ਇਹ ਸਮਝ ਲਓ ਕਿ ਐਟਲੀਸਟ 5 ਤੋਂ 10 ਕਿਲੋ ਐਂਟਰ ਹੋ ਰਹੀ ਹੈ। ਮਤਲਬ ਅਸੀਂ ਕੁਝ ਹੱਦ ਤੱਕ 1/5 ਜਾਂ ਟੂ 1/10 ਲੈਵਲ ਦੀ ਹੀ ਫੜ ਪਾ ਰਹੇ ਹੈ। ਰੈਸਟ ਆਫ ਦੀ drugs they are going unchecked, unhindered because of the use of drones। ਠੀਕ ਹੈ, ਡਰੋਨਸ ਨਾਲ ਹੁਣ ਸਪਲਾਈ ਕਰਨਾ ਕਾਫੀ ਈਜ਼ੀ ਹੋ ਗਿਆ ਹੈ। ਛੋਟੇ ਛੋਟੇ ਪੈਕੇਟਸ ਜਗ੍ਹਾ ਜਗ੍ਹਾ ਤੇ ਸਿੱਟ ਦਿੱਤੇ ਜਾਂਦੇ ਹੈ। ਇਹਨਾਂ ਨੂੰ ਕੈਚ ਕਰਨਾ, ਆਈਡੈਂਟੀਫਾਈ ਕਰਨਾ ਡਿਫਿਕਲਟ ਹੈ। ਜਿਹੜਾ ਭੇਜਦਾ ਹੈ ਉਹ ਵੀ ਨਹੀਂ ਫੜਿਆ ਜਾਂਦਾ, ਜਿਹੜਾ ਇੱਥੇ ਰਿਸੀਵ ਕਰਦਾ ਹੈ ਉਹ ਵੀ ਨਹੀਂ ਫੜਿਆ ਜਾਂਦਾ। ਕਾਫੀ ਜ਼ਿਆਦਾ ਡਰਗ ਐਡਿਕਸ਼ਨ ਦੀ ਪ੍ਰੋਬਲਮ ਇਸ ਵਜ੍ਹਾ ਤੋਂ ਪੰਜਾਬ ਦੀ ਹੈ, ਸਪੈਸ਼ਲੀ ਇਨ ਦੀ ਬਾਰਡਰ ਡਿਸਟ੍ਰਿਕਟਸ, ਰਾਈਟ। ਇਹ ਬਹੁਤ ਇੰਪੋਰਟੈਂਟ ਨਿਊਜ਼ ਹੈ, ਇਹਨੂੰ ਲਿਖ ਕੇ ਰੱਖੋ। ਡਰਗ ਡਾਇਨਾਮਿਕਸ ਐਸੇ ਆ ਸਕਦਾ ਹੈ, ਕੁਐਸਚਨ ਵੀ ਆ ਸਕਦਾ ਸੋਸਾਇਟੀ ਦੇ ਪਾਰਟ ਵਿੱਚ, ਉੱਥੇ ਤੁਸੀਂ ਲਿਖ ਕੇ ਆਣਾ ਹੈ, ਡਾਇਗ੍ਰਾਮ ਵਗੈਰਾ ਬਣਾਓ, ਅੱਛੇ ਨੰਬਰ ਆਓ, ਰਾਈਟ। ਨੈਕਸਟ ਹੈਗਾ ਓਲਡੈਸਟ ਮਨੀਪੁਰ ਮਿਲੀਟੈਂਟ ਗਰੁੱਪ UNLF ਸਾਇੰਸ ਐਕਟ, ਰਾਈਟ। ਦੇਖੋ ਆਪਣੇ ਨਾਰਥ ਈਸਟ ਰੀਜਨ ਵਿੱਚ ਸਭ ਤੋਂ ਇਸ਼ੂ ਵੱਡਾ ਇਹੀ ਚੱਲਦਾ ਹੈ ਕਿ ਇਨਸਰਜੈਂਸੀ ਜਾਂ ਮਿਲੀਟੈਂਸੀ ਜਿਹਨੂੰ ਆਪਾਂ ਕਹਿੰਦੇ ਹਾਂ ਕਾਫੀ ਹਾਈ ਚੱਲਦਾ, right now ਇਹ ਕਿਆ ਡਿਮਾਂਡ ਕਿਆ ਕਰਦੇ ਹੈ। usually these groups they want to separate themselves either from India, ਜਿਹਨੂੰ ਆਪਾਂ secession ਵੀ ਕਹਿੰਦੇ ਹਾਂ। either they demand secession, either they want new area, new state of theirs to be created। तो ਇਸ ਵਜ੍ਹਾ ਤੋਂ ਨਾਰਥ ਈਸਟ 'ਚ ਕਾਫੀ ਸਾਰੇ ਗਰੁੱਪਸ ਤੁਸੀਂ ਦੇਖੋਗੇ ਜਿਹੜੇ ਫਾਈਟ ਕਰਦੇ ਰਹਿੰਦੇ ਹੈ ਗਵਰਨਮੈਂਟ ਦੇ ਨਾਲ ਜਾਂ ਆਪਸ ਵਿੱਚ ਦੇ ਕੀ। ਇਹਦੀ ਵਜ੍ਹਾ ਤੋਂ ਹੀ ਜਿਹੜਾ ਆਪਣਾ ਨਾਰਥ ਈਸਟ ਉਹ ਕਾਫੀ ਸਟੇਬਲ ਵੀ ਰਹਿੰਦਾ ਹੈ। ਇੱਥੇ ਡਿਵੈਲਪਮੈਂਟ ਤੇ ਵੀ ਇੰਪੈਕਟ ਹੁੰਦਾ ਹੈ। ਜਿੱਥੇ ਦੇਖੋ ਸਿਕਿਉਰਿਟੀ ਥ੍ਰੈਟਸ ਹੋਣਗੇ, ਉੱਥੇ ਉੱਥੇ ਬਿਜ਼ਨਸਿਸ ਜਿਹੜੇ ਹੈ ਉਹ ਨਹੀਂ ਜਾਣਗੇ। ਜਿਵੇਂ ਕਹਿੰਦੇ ਆ ਕਿ ਇਨਵੈਸਟਮੈਂਟ ਇਜ਼ ਅ ਸ਼ਾਈ ਬਰਡ, ਠੀਕ ਹੈ। ਤੋ ਅਗਰ ਜਿੱਥੇ ਵੀ ਸਿਚੁਏਸ਼ਨਸ ਜਿਹੜੀਆਂ ਹੈ ਅਨਸਟੇਬਲ ਹੋਣ, ਉੱਥੇ ਡਿਵੈਲਪਮੈਂਟ ਬਹੁਤ ਜ਼ਿਆਦਾ ਸਲੋ है। इसीलिए this is also one of the reasons why northeast of India is not very well developed as compared to the rest parts of India, right। तो ਇਸੇ ਲਈ ਹੁਣ ਅਗਰ ਇਸ ਸਿਚੁਏਸ਼ਨ ਨੂੰ ਚੇਂਜ ਕਰਨ ਲਈ ਕੋਈ ਵੀ ਡਿਵੈਲਪਮੈਂਟ ਹੋ ਜਾਂਦੀ ਹੈ ਤਾਂ ਉਹ ਆਪਣੇ ਲਈ ਕਾਫੀ ਹੈ। ਐਂਡ ਇਸੇ ਹੀ ਵਿਜ਼ਨ ਵਿੱਚ UNLF ਦੇ ਨਾਲ ਪੀਸ ਐਗਰੀਮੈਂਟ ਸਾਈਨ ਹੋਣਾ ਬਹੁਤ ਇੰਪੋਰਟੈਂਟ ਇੱਕ ਡਿਵੈਲਪਮੈਂਟ ਹੈ, ਰਾਈਟ। ਕਿਉਂਕਿ UNLF ਜਿਹੜੀ ਹੈ 1960 ਤੋਂ ਬਣੀ ਹੋਈ ਇੱਕ ਆਰਗੇਨਾਈਜੇਸ਼ਨ ਹੈ। ਮਨੀਪੁਰ ਦੇ ਏਰੀਆ ਤੋਂ ਇਹ ਆਪਰੇਟ ਕਰਦੀ ਹੈ ਤੇ ਕਦੋਂ ਤੋਂ ਹੀ ਇੰਨੇ ਸਾਲਾਂ ਤੋਂ ਇਹ ਸੈਸ਼ਨ ਡਿਮਾਂਡ ਕਰ ਰਹੀ ਹੈ ਕਿ ਅਸੀਂ ਇੰਡੀਆ ਤੋਂ ਅਲੱਗ ਹੋਣਾ ਹੈ। ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸ ਲੈਵਲ ਦੀ ਸਟੇਬਿਲਿਟੀ ਇਹਨਾਂ ਨੇ ਇਸ 'ਚ ਕ੍ਰੀਏਟ ਕੀਤੀ ਹੋਣੀ, ਮਨੀਪੁਰ 'ਚ ਕ੍ਰੀਏਟ ਕੀਤੀ। ਨਾਓ ਦੈਟ ਵੀ ਹੈਵ ਸਾਈਨਡ ਦੀ ਪੀਸ ਅਗਰੀਮੈਂਟ, ਤਾਂ ਇਹਦੇ ਨਾਲ ਕਿਆ ਹੋਏਗਾ, ਲੜਾਈਆਂ ਖਤਮ ਹੋਣਗੀਆਂ, ਹੌਸਟਲ ਖਤਮ ਹੋਣਗੀਆਂ। ਨਾਓ ਦੋਨੋਂ ਹੀ ਇੰਡੀਅਨ ਗਵਰਨਮੈਂਟ and the people of Manipur, they can together move on the path of hostilities ਜਿੰਨੀਆਂ ਘੱਟ ਹੋਣਗੀਆਂ ਉਹਦਾ ਸਟੇਬਿਲਿਟੀ ਡਿਵੈਲਪਮੈਂਟ ਦੇ ਪਾਥ ਤੇ ਇਹ ਰੀਜਨਸ ਵਧਣਗੇ। that is why this new as an example again used ਜ਼ਿਆਦਾ ਡਿਟੇਲ ਤਾਂ ਲੈਸ ਲਾਈਕਲੀ ਹੈ। ਕੁਐਸਚਨ ਤੁਹਾਨੂੰ ਇਸ ਤਰੀਕੇ ਨਾਲ ਆ ਸਕਦਾ ਹੈ ਕਿ ਨਾਰਥ ਈਸਟ ਵਿੱਚ ਇੰਨੀ ਜ਼ਿਆਦਾ ਮਿਲੀਟੈਂਸੀ ਜਾਂ ਇੰਸਰਜੈਂਸੀ ਕਿਉਂ ਹੈ, ਜਾਂ ਇਹਦੇ ਕਰਕੇ ਨਾਰਥ ਈਸਟ ਤੇ ਕਿਆ ਉਸ ਲਾਈਨਸ ਤੇ ਸੋਚੋ। ਇਹੋ ਜਿਹੇ ਕੁਐਸਚਨਾਂ ਵਿੱਚ ਇਹ ਤੁਸੀਂ ਐਜ਼ ਐਨ ਐਗਜ਼ਾਮਪਲ ਸਕਦੇ ਹੋ ਕਿ ਸਾਡੀ ਇੰਡੀਅਨ ਗਵਰਨਮੈਂਟ ਕੀ ਕਰਦੀ ਹੈ ਇਸ ਸਿਚੁਏਸ਼ਨ। this kind of question that in first auction of critical minerals start, right। बहुत ही इंपॉर्टेंट न्यूज़ है। सब तो पहला समझ लेने कि क्रिटिकल मिनरल्स होंगे क्या है, राइट। देखो क्रिटिकल मिनरल्स ਇਹੋ ਜਿਹੇ ਮਿਨਰल्स ਹੈ ਜਿਹੜੇ ਆਪਣੇ ਬਹੁਤ ਹੀ ਇੰਪੋਰਟੈਂਟ ਸੈਕਟਰਸ 'ਚ ਅੱਜ ਕੱਲ੍ਹ ਯੂਜ਼ ਹੋ ਰਹੇ, ਰਾਈਟ। ਕਿ ਲੀਥੀਅਮ ਬੈਟਰੀਜ਼ ਆਪਾਂ ਬਣਾਉਣੀ, ਲੀਥੀਅਮ ਇੱਕ ਇਹੋ ਜਿਹਾ ਇੰਪੋਰਟੈਂਟ ਮਿਨਰਲ ਹੈ ਜਿਹਦੇ ਕਰਕੇ ਆਪਣੀ ਇੰਡਸਟਰੀ ਚੱਲ ਰਹੀ ਹੈ, ਰਾਈਟ। ਕੋਬਾਲਟ ਹੋਵੇ, ਗ੍ਰੇਫਾਈਟ ਹੋਵੇ, ਇਹ ਬਹੁਤ ਇੰਪੋਰਟੈਂਟ ਮਿਨਰਲਸ ਹੈ ਜਿਹੜੇ ਆਪਣੀ ਰੀਨਿਊਏਬਲ એનર્ਜੀ ਸੈਕਟਰ, ਡਿਫੈਂਸ ਸੈਕਟਰ, ਫਾਰਮਾਸੂਟੀਕਲ ਸੈਕਟਰ, ਯਾਨੀ ਕਿ
ਸਟ੍ਰੈਟੇਜਿਕ ਸੈਕਟਰਸ ਨੂੰ ਅੱਗੇ ਵਧਾ ਰਹੇ ਨੇ, ਰਾਈਟ। ਇਸੇ ਲਈ ਇਹਨਾਂ ਦਾ ਨਾਮ ਕ੍ਰਿਟੀਕਲ ਦਿੱਤਾ ਗਿਆ ਹੈ, ਕਿਉਂਕਿ ਅਗਰ ਇਹ ਮਿਨਰਲਸ ਨਾ ਹੋਣ ਤਾਂ ਆਪਣੇ ਬਹੁਤ ਸਾਰੇ ਸੈਕਟਰਸ ਦੇ ਵਿੱਚ ਡਿਵੈਲਪਮੈਂਟ ਜਾਂ ਗਰੋਥ ਜਿਹੜੀ ਹੈ ਉਹ ਰੁਕ ਸਕਦੀ, ਰਾਈਟ। ਸੋ ਇਹਨਾਂ ਨੂੰ ਇਸੇ ਲਈ ਕ੍ਰਿਟੀਕਲ ਕਿਹਾ ਜਾਂਦਾ ਹੈ। ਨਾ ਹੁਣ ਇਹਨਾਂ ਕ੍ਰਿਟੀਕਲ ਤੇ ਸਟ੍ਰੈਟੇਜਿਕ ਮਿਨਰਲਸ ਨੂੰ ਐਕਸਟ੍ਰੈਕਟ ਕਰਨ ਲਈ, ਆਪਾਂ ਕਹਿ ਸਕਦੇ ਹਾਂ ਜ਼ਮੀਨ ਵਿੱਚੋਂ ਕੱਢਣ ਲਈ auction start ਹੋ ਗਈ ਹੈ। ਫਰਸਟ ਰਾਊਂਡ ਆਫ auction has been conducted by government, ਠੀਕ ਹੈ। 20 blocks, ਠੀਕ ਹੈ, ਜਿਹੜੀ ਪੂਰੀ ਜ਼ਮੀਨ ਦੇ ਏਰੀਆ ਹੁੰਦਾ ਹੈ ਨਾ ਜਿੱਥੇ ਪ੍ਰੋਬੇਬਲ ਹੁੰਦਾ ਹੈ ਕਿ ਇੱਥੇ ਮਿਨਰਲ ਪਾਇਆ ਜਾਏਗਾ, ਉਹਨੂੰ ਬਲੌਕਸ 'ਚ ਗਵਰਨਮੈਂਟ ਡਿਵਾਈਡ ਕਰ ਦਿੰਦੀ। ਸੋ ਇਹ ਜਿਹੇ 20 ਬਲੌਕ ਜਿਹੜੇ ਹੈ ਉਹ ਓਪਨ ਕਰਦੇ ਹੈ auction ਦੀ ਗਵਰਨਮੈਂਟ, ਠੀਕ ਹੈ। ਆਨਲਾਈਨ 2 stage ਪ੍ਰੋਸੈਸ ਦੇ ਥਰੂ ਵੀ ਹੈ, ਕੰਪਲੀਟਲੀ ਫੇਅਰ ਸਿਸਟਮ ਕੋਸ਼ਿਸ਼ ਕੀਤੀ ਗਈ ਹੈ। ਜਿੰਨਾ ਵੀ ਰੈਵਨਿਊ ਇੱਥੋਂ ਜਨਰੇਟ ਹੋਏਗਾ ਉਹ ਸਟੇਟ ਗਵਰਨਮੈਂਟਸ ਦੇ ਕੋਲ, ਰਾਈਟ। ਸੋਚ ਸਕਦੇ ਹੋ ਕਿ ਕੁਐਸਚਨ ਆ ਸਕਦਾ ਹੈ ਕਿ ਇਹ ਸਟੇਟ ਗਵਰਨਮੈਂਟਸ ਦੇ ਕੋਲ ਹੀ ਕਿਉਂ ਜਾਏਗਾ, ਰਾਈਟ। ਸੋ ਇਹ ਦੇਖੋ, ਇਹ ਮਿਨਰਲ ਜਿਹੜੇ ਆ ਕਿਸੇ ਪਰਟੀਕੂਲਰ ਸਟੇਟ ਦੀ ਟੈਰੀਟਰੀ ਦੇ ਵਿੱਚ ਆ ਰਹੇ ਨੇ। ਸਟੇਟ ਦਾ ਇਹਨਾਂ ਦੀ ਰੈਵਨਿਊ ਤੇ ਹਿੱਸਾ ਜਾਂ ਇਹਨਾਂ ਤੇ ਕਾਫੀ ਹੱਕ ਹੁੰਦਾ ਹੈ। ਬਹੁਤ ਵਾਰ ਗਵਰਨਮੈਂਟ ਰੋਇਲਟੀ ਪਲੇ ਕਰਦੀ ਹੈ, ਸੈਂਟਰਲ ਗਵਰਨਮੈਂਟ ਜਿਹੜੀ ਹੁੰਦੀ ਹੈ। ਇਸ ਵਾਰ ਜਿਹੜਾ ਹੈ ਪੂਰਾ ਰੈਵਨਿਊ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ। ਸੋ ਦਿਸ ਇਜ਼ ਦ ਗ੍ਰੇਟ ਡਿਵੈਲਪਮੈਂਟ। ਸਟੇਟਸ ਜਿਹੜੀਆਂ ਇਹਨਾਂ ਦੇ ਫਾਈਨੈਂਸ਼ੀਅਲ ਰਿਸੋਰਸਿਸ ਕਨਸਟ੍ਰੇਨਡ ਰਹਿੰਦੇ ਨੇ, ਉਹਨਾਂ ਲਈ ਇਹ ਬਹੁਤ ਅੱਛੀ ਗੱਲ ਹੈ ਕਿ ਉਹ ਆਪਦੇ ਮਿਨਰਲਸ ਸੇਲ ਕਰਕੇ ਆਪਦੀ ਇਕਨੋਮਿਕ ਡਿਵੈਲਪਮੈਂਟ ਵਿੱਚ ਯੂਟਿਲਾਈਜ਼ ਕਰ ਸਕਦੇ, ਰਾਈਟ। ਦਿਸ ਇਜ਼ ਐਨ ਇੰਪੋਰਟੈਂਟ ਥਿੰਗ। ਨਾਓ ਕ੍ਰਿਟੀਕਲ ਮਿਨਰਲਸ ਦੀ ਸਿਗਨੀਫਿਕੈਂਸ ਕਿਆ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ, ਆਪਣੇ ਬਹੁਤ ਸਾਰੇ ਕ੍ਰਿਟੀਕਲ ਸਟ੍ਰੈਟੇਜਿਕ ਸੈਕਟਰਸ 'ਚ ਪਹਿਲੀ ਗੱਲ ਇਹ ਯੂਜ਼ ਆਉਂਦੇ ਹੈ। ਸੋ ਅਗਰ ਆਪਾਂ ਟੈਕਨੋਲੋਜੀ ਬੇਸਡ ਇਨੋਵੇਸ਼ਨਸ ਕਰ ਰਹੇ ਹਾਂ, ਲੈਟਸ ਸੇ ਅਸੀਂ ਵਹੀਕਲਸ ਬਣਾ, ਰਾਈਟ, ਜਾਂ ਫਿਰ ਆਪਾਂ ਰੀਨਿਊਏਬਲ એનર્ਜੀ ਪੈਨਲਸ ਬਣਾ ਰਹੇ ਹਾਂ, right? All of this can be successful. All of this new technology initiatives can be successful only if we have these critical minerals that run these machines. ਠੀਕ ਹੈ। ਸੋ ਇਸੇ ਲਈ ਇਹ ਕ੍ਰਿਟੀਕਲ ਮਿਨਰਲਸ ਬਹੁਤ ਇੰਪੋਰਟੈਂਟ ਹੁੰਦੇ ਹੈ ਕਿ ਅਗਰ ਅਸੀਂ ਟੈਕਨੋਲੋਜੀ ਇਨੀਸ਼ੀਏਟਿਵਸ ਲੈ ਰਹੇ ਹਾਂ, ਉਹਨਾਂ ਨੂੰ ਸਕਸੈਸਫੁਲ ਹੋਣ ਲਈ ਇਹ ਬੈਕ ਐਂਡ ਤੇ ਸਾਰੇ ਕ੍ਰਿਟੀਕਲ ਮਿਨਰਲਸ ਦੀ ਜ਼ਰੂਰਤ, ਰਾਈਟ। ਉਸ ਤੋਂ ਬਾਅਦ ਜਦੋਂ ਇਹ ਆਪਣੇ ਕੋਲ ਮਿਨਰਲਸ ਹੋਣਗੇ, ਆਪਾਂ ਆਪਦੀ ਇਕਨੋਮਿਕ ਡਿਵੈਲਪਮੈਂਟ ਫੋਕਸ ਕਰ ਸਕਦੇ ਹਾਂ, ਆਪਣੀ ਡਿਫੈਂਸ ਨੈਸ਼ਨਲ ਸਿਕਿਉਰਿਟੀ ਨੂੰ ਹੋਰ ਵਧਾ ਸਕਦੇ ਬਾਈ ਕ੍ਰੀਏਟਿੰਗ ਨਿਊ ਟੈਕਨੋਲੋਜੀ ਪ੍ਰੋਡਕਟਸ ਵਿਦ ਥੀਸ ਕ੍ਰਿਟੀਕਲ ਮਿਨਰਲ, ਠੀਕ ਹੈ ਜੀ। ਇਸ ਤੋਂ ਬਾਅਦ ਰੀਨਿਊਏਬਲ એનર્ਜੀ ਦੇ ਬਾਅਦ ਤੇ ਅੱਗੇ ਵੱਧ ਸਕਦੇ ਹਾਂ। ਸਪੈਸ਼ਲੀ ਇੰਡੀਆ ਦਾ ਟਾਰਗੇਟ ਹੈ ਬਹੁਤ ਵੱਡਾ, ਨॉन ਫੋਸਿਲ ਫਿਊਲ ਸੋਰਸ। ਤੋਂ 2030 ਤੱਕ ਇੰਡੀਆ ਨੇ ਰੀਨਿਊਏਬਲ એનર્ਜੀ ਜਾਂ ਨॉन ਫਿਊਲ ਬੇਸਡ એનર્ਜੀ ਐਸਟੈਬਲਿਸ਼ ਹੈ, ਉਸ 'ਚ ਵੀ ਇਹ ਕਾਫੀ ਹੈਲਪ ਕਰੇ, ਰਾਈਟ। ਦਿਸ ਇਜ਼ ਹਾਊ ਯੂ ਕੈਨ know about critical minerals, ਠੀਕ ਹੈ ਜੀ। ਨੈਕਸਟ ਹੈਗਾ ਹੈ, ਰਿਪੋਰਟ ਆਈ ਹੈ ਲੇਟੈਸਟ which says ਕਿ ਇੰਡੀਆ ਜਿਹੜਾ ਹੈ ਰੀਨਿਊਏਬਲ એનર્ਜੀ ਕਪੈਸਿਟੀ ਵਧਾ ਰਿਹਾ ਹੈ, ਰਾਈਟ। ਅਕੋਰਡਿੰਗ ਟੂ ਦਿਸ ਰਿਪੋਰਟ that has been given by global energy tank amber, right? ਇਹ ਤੇ ਦੇਖੋ ਪ੍ਰੀ ਦਾ ਤਾਂ ਕੁਐਸਚਨ ਲੈਸ ਲਾਈਕਲੀ ਹੈ, ਬਟ ਇਹਨੂੰ ਮੇਨ ਦੇ ਆਨਸਰਸ ਜਾਂ ਐਸਐਸ, ਉਹ ਇੱਕ ਇੰਟਰਨੈਸ਼ਨਲ ਜਿਹੜਾ ਐਨਜੀਓ ਹੈ, ਤੁਸੀਂ ਕਹਿ ਸਕਦੇ ਹੋ ਥਿੰਕ ਟੈਂਕ ਹੈ, ਐਨਜੀਓ ਨਹੀਂ ਥਿੰਕ, ਦੈਟ ਮੀਨਸ ਦੇ ਰਿਸਰਚ ਡਾਟਾ ਕਲੈਕਸ਼ਨ ਵਗੈਰਾ ਵਿੱਚ ਇਨਵੋਲਵਡ ਹੁੰਦੇ ਆਦੇ, ਰਾਈਟ। ਸੋ ਇਹ ਕਹਿ ਰਿਹਾ ਹੈ ਕਿ ਇੰਡੀਆ ਬਹੁਤ ਅੱਛਾ ਕਰ ਰਿਹਾ ਹੈ। ਇੰਡੀਆ ਨੇ ਜਿਹੜਾ ਆਪਦਾ ਨੈਸ਼ਨਲ ਇਲੈਕਟ੍ਰਿਸਿਟੀ ਪਲਾਨ ਬਣਾਇਆ ਹੈ, ਉਹਦੇ ਅਕੋਰਡਿੰਗ ਕਿਆ ਹੈ, 2030 ਤੱਕ ਇੰਡੀਆ ਆਪਦੇ ਟਾਰਗੇਟ ਨਾਲੋਂ ਟ੍ਰਿਪਲ ਟਾਈਮਸ 3 ਟਾਈਮਸ ਜਿਹੜੀ ਹੈ ਰੀਨਿਊਏਬਲ એનર્ਜੀ ਜਿਹੜੀ ਹੈ ਇੰਸਟਾਲ ਕਰ ਦਵੇ, ਰਾਈਟ। ਇੰਡੀਆ ਦਾ ਦੇਖੋ ਗੋਲ ਇੰਡੀਆ ਨੇ ਜੋ ਸੈੱਟ ਕੀਤਾ ਹੈ ਉਹ ਹੈ ਕਿ ਇੰਡੀਆ ਨੇ 500 ਗੀਗਾਵਾਟ ਰੀਨਿਊਏਬਲ એનર્ਜੀ ਤੋਂ ਪ੍ਰੋਡਿਊਸ ਕਰਨਾ ਹੈ ਬਾਈ 2030। ਪ੍ਰੈਜ਼ੈਂਟਲੀ ਤਾਂ ਤੁਸੀਂ ਦੇਖੋ ਕਿ ਆਲਮੋਸਟ 60% ਦੇ ਅਰਾਊਂਡ ਸਾਡੀ ਕੋਲ ਜਾਂ ਫੋਸਿਲ ਫਿਊਲਸ ਤੋਂ એનર્ਜੀ ਆ ਰਹੀ, ਬਟ ਪੈਰਿਸ ਅਗਰੀਮੈਂਟ ਵਿੱਚ ਜਾਂ INDCs ਜਿਹੜੀਆਂ ਗਵਰਨਮੈਂਟ ਨੇ ਡਿਕਲੇਅਰ ਕੀਤੀਆਂ, ਉਸ 'ਚ ਇੰਡੀਆ ਨੇ ਕਿਹਾ ਸੀ ਕਿ ਅਸੀਂ ਜਿਹੜੀ ਫੋਸਿਲ ਫਿਊਲ ਬੇਸਡ એનર્ਜੀ ਹੈ ਉਹ ਕਾਫੀ ਵਧਾਵਾਂਗੇ। ਫੋਸਿਲ ਫਿਊਲ ਬੇਸਡ ਮਤਲਬ ਰੀਨਿਊਏਬਲ એનર્ਜੀ ਦਾ ਪਾਰਟ ਕਾਫੀ ਵਧਾਵਾਂਗੇ, ਇਹ ਫੋਸਿਲ ਫਿਊਲ ਬੇਸਡ એનર્ਜੀ ਨੂੰ ਘਟਾਉਂਦੇ ਜਾਵਾਂਗੇ। ਇਸੇ ਲਈ ਇੰਡੀਆ ਸੋਲਰ એનર્ਜੀ, ਵਿੰਡ એનર્ਜੀ, ਹਾਈਡਰੋ એનર્ਜੀ ਕਾਫੀ ਫੋਕਸ ਕਰਦਾ ਹੈ, ਤੇ ਇਹ ਇੰਡੀਆ ਦਾ ਟਾਰਗੇਟ ਹੈ 500 ਗੀਗਾਵਾਟ ਤੱਕ ਪਹੁੰਚਣਾ 2030 ਤੱਕ, ਰਾਈਟ। ਗਲੋਬਲ એનર્ਜੀ ਥਿੰਕ ਟੈਂਕ ਕਹਿ ਰਿਹਾ ਹੈ ਕਿ ਇੰਡੀਆ ਬਹੁਤ ਅੱਛਾ ਕਰ ਰਿਹਾ ਹੈ, ਇੰਡੀਆ ਕੈਨ ਇਵਨ ਟ੍ਰਿਪਲ ਇਟਸ ਟਾਰਗੇਟ। ਬਸ ਇਸ਼ੂ ਇਹ ਹੈ ਕਿ ਉਹਦੇ ਲਈ ਪੈਸਾ ਕਾਫੀ ਚਾਹੀਦਾ ਹੋਵੇ,
$293 billion ਇੰਡੀਆ ਨੂੰ ਚਾਹੀਦਾ ਹੋਏਗਾ if India is really willing to achieve this। ਸੋ ਫਾਈਨੈਂਸ਼ੀਅਲ ਕੰਸਟ੍ਰੇਂਟ ਹੋ ਸਕਦਾ ਹੈ ਬਟ ਇੰਡੀਆ ਦੇ ਇੰਟੈਂਸ਼ਨ ਵਿੱਚ ਕੋਈ ਇਸ਼ੂ ਨਹੀਂ। ठीक है, तो ये डाटा जड़ा है याद रखो, इंडिया का टारगेट क्या है, क्या क्या अचीव कर सकता है। यू कैन अगेन यूज राइट। फाइनल न्यूज आइटम है, देखो रिपोर्ट है, अच्छी रिपोर्ट है, प्लीज वेरी इंपॉर्टेंट डाटा आप देखो लिख के रखना, बहुत ज्यादा काम आएगा, बहुत अच्छा डाटा। तो पहला तो रिपोर्ट का नाम देख लेंगे हैं, इंडिया 2023 एन असेसमेंट ऑफ एक्सट्रीम वेदर इवेंट। ठीक है, CSC सेंटर फॉर साइंस एंड एनवायरनमेंट बहुत इंपॉर्टेंट NGO है इंडिया का। इन्हों ने ये रिपोर्ट दी है कि किमें क्लाइमेट चेंज के करके या अपनी एक्सप्लोइटेशन दैट वी आर डूइंग ऑफ द क्लाइमेट ਉਹਦੇ ਕਰਕੇ एक्सट्रीम वैदर इवेंट्स ਜਿਹੜੇ ਹੈ ਉਹ ਵਰਸਨ ਜਾ ਰਹੇ ਹੈ, ਉਹਨਾਂ ਦੀ ਫ੍ਰੀਕੁਐਂਸੀ ਵੱਧਦੀ ਜਾ ਰਹੀ ਹੈ, ਮਤਲਬ ਜ਼ਿਆਦਾ ਆ ਰਹੇ ਨੇ एक्सट्रीम वैदर इवेंट्स, ਤੇ ਉਹਨਾਂ ਦੀ ਇੰਟੈਂਸਿਟੀ ਮਤਲਬ ਉਹਨਾਂ ਦੇ ਆਮ ਤੇ ਜੋ ਡਿਸਟਰਕਸ਼ਨ ਹੁੰਦੀ ਹੈ दैट इज ऑल्सो। ठीक है, ये दो कीवर्ड्स है हमेशा याद रखने हैं। एक्सट्रीम वेदर इवेंट्स आर बिकमिंग मोर फ्रीक्वेंट एंड इंटेंस, और the intensity and frequency of extreme weather events is increasing primarily because of change, right। तो now ਹੁਣ ਆਪਾਂ ਦੇਖਦੇ ਹਾਂ ਕਿ ਇਹ ਰਿਪੋਰਟ क्या ਕਹਿੰਦੀ। ਇਹ ਰਿਪੋਰਟ ਦੀ ਸਭ ਤੋਂ ਪਹਿਲਾ ਆਬਜ਼ਰਵੇਸ਼ਨ ਹੈ ਕਿ एक्सट्रीम वैदर इवेंट्स ਜਿਹੜੇ ਹੈ ਆਲਮੋਸਟ ਹਰ ਦਿਨ ਦੇਖੇ ਗਏ ਪਿਛਲੇ 9 ਮਹੀਨੇ ਅਗਰ ਆਪਾਂ ਦੇਖੀਏ 2023 ਦੇ ਅਗਰ ਫਰਸਟ 9 ਮੰਥਸ ਨੂੰ ਸਟੱਡੀ ਕੀਤਾ ਜਾਵੇ ਤਾਂ ਇਹ ਵਿਟਨੈਸ ਕੀਤਾ ਗਿਆ ਹੈ ਕਿ ਹਰ ਦਿਨ ਹੀ ਕਿਤੇ ਨਾ ਕਿਤੇ ਪੂਰੇ ਇੰਡੀਆ ਵਿੱਚ ਕੋਈ ਨਾ ਕੋਈ ਐਕਸਟ੍ਰੀਮ ਇਵੈਂਟ ਹੋ ਰਿਹਾ ਸੀ। ਕਿਤੇ ਤੁਸੀਂ ਐਕਸਟ੍ਰੀਮ ਰੇਨਫਾਲ ਦੇਖੋਗੇ, ਕਿਤੇ ਕਲਾउड ਬਰਸਟ ਦੇਖੋਗੇ, ਕਿਤੇ ਹੀਟ ਸਟ੍ਰੋਕ ਦੇਖੋਗੇ, ਤਰੀਕੇ ਦਾ ਕੋਈ ਨਾ ਕੋਈ ਐਕਸਟ੍ਰੀਮ ਇਵੈਂਟ ਕਿਤੇ ਨਾ ਕਿਤੇ ਹਰ ਰੋਜ਼ ਆਲਮੋਸਟ ਠੀਕ ਹੈ ਦੇਖਿਆ ਜਾ। ਇਨ੍ਹਾਂ ਐਕਸਟ੍ਰੀਮ ਇਵੈਂਟਸ ਕਰਕੇ ਆਲਮੋਸਟ 3000 ਡੈਥਸ ਪੂਰੇ ਇੰਡੀਆ ਵਿੱਚ ਦੇਖੀਆਂ ਗਈਆਂ। ਆਲਮੋਸਟ 2 ਮਿਲੀਅਨ ਹੈਕਟੇਅਰ ਵਰਥ ਆਫ ਕ੍ਰੌਪ ਜਿਹੜੀ ਆ ਉਹ ਡੈਮੇਜ ਹੋਈ ਹੈ ਇਨ੍ਹਾਂ ਇਵੈਂਟਸ 'ਚ। ਆਲਮੋਸਟ 80,000 ਘਰ, ਬਹੁਤ ਵੱਡਾ ਨੰਬਰ ਹੁੰਦਾ ਹੈ, 80,000 ਹਾਊਸਿਸ ਹੋਮਸ ਹੈਵ ਬੀਨ ਡਿਸਟਰੋਇਡ ਅੰਡਰ ਥੀਸ ਐਕਸਟ੍ਰੀਮ ਵੈਦਰ ਇਵੈਂਟਸ। ਜਿਵੇਂ ਤੁਸੀਂ ਜੋਸ਼ੀਮਠ ਇੰਸੀਡੈਂਟ ਹੀ ਯਾਦ ਕਰ ਲਓ, क्या उस सिनेरियो हो रहा सी, सब तबाह हो रहा सी। सिक्किम का क्लाउड बर्स्ट ते याद कर लो, राइट। ये प्रॉपर्टी डिस्ट्रक्शन बहुत ज़्यादा होती है, डेथ्स वगैरह, हीट ऑफ द इवेंट्स, राइट। एंड फाइनली 92,000 एनिमल्स भी इन्ना एक्सट्रीम वैदर इवेंट अपनी जान गवा चुके, राइट। डेथ्स अगर तुम देखो बिहार हिमाचल जहे एरिया बहुत ज़्यादा। अगर तुसी एनिमल डेथ्स देखो पंजाब विच द हाईएस्ट है ब्लड बाय अदर स्टेट्स। है हाउस डैमेज की गल करो तो सब तो ज़्यादा टोल्ड यू सब तो डेडलीस्ट डिजास्टर प्रदेश, इसीलिए प्रॉपर्टी वगैरह लॉस इतने, राइट। तो ये डाटा जेड़ा आपदे कोल लिख के रखो काफ़ी हेल्प करेगा व्हेन यू हैव टू जस्टिफाई कि क्लाइमेट चेंज कर इस थिंग सोशल लाइफ ते उदों ये डाटा जो यूज करोगे you right it written with you। if you have any query तो प्रिपरेशन के रिगार्डिंग कुछ भी नहीं समझ आ रहा, टाइम टेबल नहीं बना पा रहे, रिविजन पे स्टिक नहीं कर पा रहे, शेड्यूल फॉलो नहीं कर पा रहे, you have any doubt or query just connect with me, discuss with me, we will find a solution together, right। for joining